ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ, ਜਿਨ੍ਹਾਂ ਦੀ ਚਿੱਠੀ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਰਾਜਨੀਤੀ ਨੂੰ ਗਰਮਾ ਕੇ ਰੱਖ ਦਿੱਤਾ ਹੈ। ਕਿਸ ਨੂੰ ਲਿਖੀ ਹੈ ਚਿੱਠੀ ਤੇ ਚਿੱਠੀ ਦੇ ਵਿੱਚ ਕਿੰਨਾ ਮੁੱਦਿਆਂ ਦੀ ਗੱਲ ਹੋਈ ਹੈ ਤੇ ਕਿੰਨਾ ਤੋਂ ਸਮਾਂ ਮੰਗਿਆ ਗਿਆ ਹੈ, ਇੱਕ ਵਾਰ ਫਿਰ ਤੋਂ ਮੀਟਿੰਗ ਦਾ ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦੀ, ਜਿਨ੍ਹਾਂ ਨੇ ਕਿ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਕਰੀਬੀਆਂ ਦੇ ਉੱਪਰ ਨਿਸ਼ਾਨਾ ਸਾਧਿਆ। ਕਿਸ ਤਰ੍ਹਾਂ ਨਿਸ਼ਾਨਾ ਸਾਧਿਆ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅਣਖੀ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। बहुत बहुत शुक्रिया जी। तो अणखी साहब, नवजोत सिंह सिद्धू ने एक फिर तो नवी चर्चा छेड़ के रख दी है पंजाब की राजनीति ਦੇ ਵਿੱਚ। ਉਹਨਾਂ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਮੈਡਮ ਸੋਨੀਆ ਗਾਂਧੀ ਨੂੰ। ਸੋ ਚਿੱਠੀ ਦੇ ਵਿੱਚ 18 ਨਕਾਤੀ ਮੁੱਦਿਆਂ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਨਾਲ ਇੱਕ ਮੀਟਿੰਗ ਦਾ ਸਮਾਂ ਵੀ ਮੰਗਿਆ ਗਿਆ। ਕਿਵੇਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੀ ਇਹ ਮੀਟਿੰਗ ਹੋਏਗੀ ਤੇ ਕਦੋਂ ਟਾਈਮ ਮਿਲੇਗਾ ਤੇ ਕਿਸ ਤਰ੍ਹਾਂ ਦਾ ਇਹ ਪੂਰਾ ਮਾਮਲਾ ਇੱਕ ਵਾਰ ਫਿਰ ਤੋਂ ਰਾਜਨੀਤੀ ਗਰਮਾ ਚੁੱਕੀ ਹੈ ਇੱਕ ਚਿੱਠੀ ਦੇ ਨਾਲ? ਕੀ ਹੈ ਪੂਰਾ ਚਿੱਠੀ ਦਾ ਮਸਲਾ? ਮਾਨ ਸਾਹਿਬ, ਅਕਸਰ ਇਸ ਤਰ੍ਹਾਂ ਕਿ ਨਵਜੋਤ ਸਿੰਘ ਸਿੱਧੂ ਜਦੋਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਆ, ਜਾਂ ਜਦੋਂ SIT ਦੀ ਰਿਪੋਰਟ ਜਦੋਂ ਦੀ ਆਈ ਜਿਹੜੀ ਰੱਦ ਹੋਈ ਸੀ ਖਬਰ ਵਿਜੇ ਪ੍ਰਤਾਪ ਵਾਲੀ, ਉਦੋਂ ਤੋਂ ਲੈ ਕੇ ਤੇ ਅੱਜ ਤੱਕ ਨਵਜੋਤ ਸਿੰਘ ਸਿੱਧੂ ਹਮੇਸ਼ਾ ਸੁਰਖੀਆਂ 'ਚ ਰਹੇ ਆ, ਚਾਹੇ ਉਹ ਸੁਰਖੀਆਂ ਕਿਸੇ ਕਾਰਨ ਦੀ ਹੋਵੇ। ਹੁਣ ਆਪਾਂ ਆਪਣੇ ਸਹਿਯੋਗੀ ਚੈਨਲ ਤੇ ਗੱਲਬਾਤ ਕਰਦੇ ਹਾਂ, ਗੱਲ ਕਰ ਰਹੇ ਸਾਂ ਕਿ ਸਿੱਧੂ ਹੋਣਾ ਦੀ ਮਤਲਬ ਉਸ ਦਿਨ ਜਿਸ ਦਿਨ ਮੀਟਿੰਗ ਸੀ, ਅੱਜ ਤੋਂ 3 ਦਿਨ 14 ਤਰੀਕ ਨੂੰ ਮੀਟਿੰਗ ਸੀ, ਤੇ 14 ਤਰੀਕ ਨੂੰ ਮੀਟਿੰਗ ਤੋਂ ਬਾਅਦ ਉਹਨਾਂ ਨੇ ਬਾਹਰ ਆਣ ਕੇ ਇੰਨੀ ਗੱਲ ਕਹੀ ਸੌਟ ਆਊਟ ਕਿ ਸਾਰੇ ਮਸਲੇ 14 ਜਾਂ 15 ਦੀ ਗੱਲ ਹੈ ਕਿ ਉਹਨੇ ਕਿਹਾ ਕਿ ਸਾਰੇ ਮਸਲੇ ਜਿਹੜੇ ਹੱਲ ਹੋ ਗਏ। ਤਾਂ ਜਦੋਂ ਮਸਲੇ ਹੱਲ ਹੋ ਗਏ ਤਾਂ ਉਸ ਤੋਂ ਬਾਅਦ ਆਹ ਚਿੱਠੀ ਜਿਹੜੀ ਅਸੀਂ ਆਪਣੇ ਚੈਨਲ ਤੇ ਆਪਣੀ ਸਕਰੀਨ ਤੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ, ਇਹ ਚਿੱਠੀ ਅੱਜ ਉਹਨਾਂ ਨੇ ਪ੍ਰੈਸ ਦੇ ਨਾਲ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਸੋਨੀਆ ਗਾਂਧੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਤੌਰ ਪ੍ਰਧਾਨ ਚਿੱਠੀ ਲਿਖ ਕੇ ਭੇਜਿਆ। ਔਰ ਇਹਦੇ ਵਿੱਚ ਉਹ 18 ਨੁਕਾਤੀ ਪ੍ਰੋਗਰਾਮ ਉਹਨਾਂ ਦੀ ਗੱਲ ਕੀਤੀ ਗਈ ਹੈ, 1 to 1 ਉਹਨਾਂ ਦੇ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ, ਸ਼ਰਾਬ ਹੈ, ਚਾਹੇ ਰੇਤ ਮਾਈਨਿੰਗ ਦਾ ਮੁੱਦਾ ਜਾਂ ਕੋਈ ਵੀ ਮੁੱਦੇ ਨੇ, ਉਹੀ 18 ਨੁਕਾਤੀ ਮੁੱਦਿਆਂ ਨੂੰ ਇਹ ਹੱਲ ਕਰਨ ਦੀ ਜਾਂ ਉਹਨਾਂ ਨੂੰ ਕਿਸੇ ਸਿਰੇ ਲਾਉਣ ਦੀ ਗੱਲ ਕੀਤੀ ਗਈ ਆ। ਬਕਾਇਦਾ ਇਹਦੇ ਵਿੱਚ ਨਵਜੋਤ ਸਿੱਧੂ ਨੇ ਇਹ ਵੀ ਲਿਖਿਆ ਕਿ ਮੈਂ 55 ਹਲਕਿਆਂ ਦੇ ਵਿੱਚ ਉਸ ਸਮੇਂ ਚੋਣ ਪ੍ਰਚਾਰ ਕੀਤਾ ਸੀ, ਜਿਹਨਾਂ ਨੂੰ 53 ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਬਹੁਤ ਕੁਝ ਇਸ ਚਿੱਠੀ 'ਚ ਉਹਨਾਂ ਨੇ ਆਪਣੇ ਬਾਰੇ ਬਿਆਨ ਕੀਤਾ। ਹੁਣ ਜਿਹੜੀ ਇਹ ਚਿੱਠੀ ਹੈ ਇਹ 15 ਤਰੀਕ ਨੂੰ ਲਿਖੀ ਗਈ, ਉਸ ਦਿਨ ਜਿਸ ਦਿਨ ਰਾਹੁਲ ਗਾਂਧੀ ਹੋਰਾਂ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਹੈ, ਪਰ ਲਿਖੀ ਚਿੱਠੀ ਜਿਹੜੀ ਆ ਇਹ ਸੋਨੀਆ ਗਾਂਧੀ ਨੂੰ ਗਈ ਹੈ। ਔਰ ਇੱਕ ਪਾਸੇ ਤਾਂ ਉਸ ਦਿਨ ਰਾਤ ਨੂੰ ਉਹ ਜਦੋਂ ਮਸਲੇ ਸੌਟ ਆਊਟ ਕਹਿ ਰਹੇ ਨੇ ਕਿ ਸਾਰੇ ਮਸਲੇ ਹੱਲ ਹੋ ਗਏ, ਫਿਰ ਉਸ ਤੋਂ ਬਾਅਦ ਇਹ ਚਿੱਠੀ ਜਿਹੜੀ ਆ ਇਹ ਕਦੋਂ ਲਿਖੀ ਗਈ ਔਰ ਕਿਸ ਕਰਕੇ ਲਿਖੀ ਗਈ, ਇੱਕ ਤਾਂ ਇਹਦੀ ਸਮਝ ਨਹੀਂ ਆਉਂਦੀ। ਔਰ ਦੂਜਾ ਪ੍ਰਸ਼ਨ ਇਹ ਆ ਕਿ ਚਲੋ ਚਿੱਠੀ ਲਿਖ ਵੀ ਦਿੱਤੀ ਗਈ ਆ ਤਾਂ ਫਿਰ ਇਸ ਨੂੰ ਪ੍ਰੈਸ ਦੇ ਵਿੱਚ ਰਿਲੀਜ਼ ਅੱਜ 17 ਤਰੀਕ ਅੱਜ ਫਿਰ ਤੋਂ ਰਿਲੀਜ਼ ਕੀਤਾ ਗਿਆ। ਸੋ ਕਹਿਣ ਦਾ ਅਰਥ ਆ, ਸਾਫ਼ ਔਰ ਸਪਸ਼ਟ ਸ਼ਬਦਾਂ 'ਚ ਮੈਂ ਜੋ ਮੈਨੂੰ ਨਜ਼ਰ ਆ ਰਿਹਾ, ਮੈਨੂੰ ਅੱਜ ਦੀ ਤਰੀਕ ਦੇ ਵਿੱਚ ਔਰ ਇਸ ਚਿੱਠੀ ਦੇ ਸੰਦਰਭ 'ਚ ਮੈਂ ਗੱਲ ਕਰਾਂ ਤਾਂ ਨਵਜੋਤ ਸਿੱਧੂ ਬਤੌਰ ਪਾਰਟੀ ਪ੍ਰਧਾਨ ਤਾਂ ਹਨ, ਮੰਨ ਵੀ ਗਏ ਹੋਣਗੇ, ਪਰ ਉਹਨਾਂ ਦੇ ਜਿਹੜੇ ਮਨ ਦੇ ਅਜੇ ਜਿਹੜੇ ਸ਼ੰਕੇ ਨੇ ਜਾਂ ਮਤਭੇਦ ਨੇ, ਚਾਹੇ ਉਹ ਕਾਂਗਰਸ ਹਾਈਕਮਾਨ ਨਾਲ ਹੋਣ ਤੇ ਚਾਹੇ ਉਹ ਚੰਨੀ ਸਰਕਾਰ ਨਾਲ ਹੋਣ, ਉਹਨਾਂ ਦੇ ਜਿਹੜੇ ਮਨ ਮੁਟਾਵ ਆ ਅਜੇ ਕਿਸੇ ਵੀ ਪੱਖ ਤੋਂ ਦੂਰ ਨਹੀਂ ਜੇ ਹੋਇਆ। ਇਹ ਚਿੱਠੀ ਕੇਵਲ ਔਰ ਕੇਵਲ ਇਹ ਸਾਬਤ ਕਰਦੀ ਹੈ। ਸੋ ਅਣਖੀ ਸਾਹਿਬ, ਕਿਹੜੇ ਸੌਟ ਦੀ ਗੱਲ ਕਰ ਰਹੇ ਸੀ ਜੀ ਉਹ? ਕਿਹੜੇ ਸੌਟ ਦੀ ਗੱਲ? ਕਿਉਂਕਿ ਫਿਰ ਉਹੀ ਮੁੱਦਿਆਂ ਦੀ ਗੱਲ ਲੈ ਕੇ ਚਿੱਠੀ ਲਿਖੀ ਗਈ ਹੈ ਜੀ। ਨਹੀਂ, ਮੈਂ ਉਧਰ ਤੁਹਾਡੀ ਗੱਲ ਲੱਗਾ ਕਰਨ, ਤਾਂ ਮੈਨੂੰ ਵੀ ਇਹ ਸਮਝ ਨਹੀਂ ਆਉਂਦੀ ਕਿ ਜਦੋਂ ਇਹ ਚਿੱਠੀ ਲਿਖੀ ਗਈ, ਚਿੱਠੀ 'ਚ ਉਹ 18 ਨਕਾਤੀ ਪ੍ਰੋਗਰਾਮ ਨੇ, ਔਰ ਦੂਜੇ ਪਾਸੇ ਤੁਸੀਂ ਬਾਹਰ ਆਣ ਕੇ ਇੰਨੀ ਗੱਲ ਕਹਿ ਰਹੇ ਜੇ ਕਿ ਸੌਟ ਆਊਟ ਹੋ ਗਿਆ ਕਿ ਕਾਂਗਰਸ ਹਾਈ ਕਮਾਨ ਨਾਲ ਮੈਂ ਮਿਲ ਕੇ ਚੱਲਾਂਗਾ, ਤਾਂ ਦੂਜੇ ਪਾਸੇ ਉਹ ਚਿੱਠੀ 'ਚ 18 ਨੁਕਾਤੀ ਪ੍ਰੋਗਰਾਮ ਉਹੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ ਸੀ, ਉਹਨਾਂ ਦੀ ਹੀ ਗੱਲ ਨਵਜੋਤ ਸਿੱਧੂ ਕਰ ਰਹੇ ਕਿ ਮੈਂ ਮੁੱਦਿਆਂ ਤੇ ਆਧਾਰਿਤ ਜਿਹੜੀ ਰਾਜਨੀਤੀ ਹੀ ਕਰਨੀ ਹੈ ਤੇ ਇਹਦੇ ਵਾਸਤੇ ਮੈਨੂੰ ਟਾਈਮ ਦਿੱਤਾ ਜਾਵੇ ਤੇ ਮੈਂ ਤੁਹਾਨੂੰ ਮਿਲਣਾ। ਕਹਿਣ ਦਾ ਅਰਥ ਆ ਮਾਨ ਸਾਹਿਬ ਕਿ ਨਵਜੋਤ ਸਿੱਧੂ ਦੇ ਮਨ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ, ਇੱਕ ਅਜੀਬ ਕਸ਼ਮਕਸ਼ ਆ। ਕਸ਼ਮਕਸ਼ ਇਸ ਗੱਲ ਨੂੰ ਲੈ ਕੇ ਕਿ ਉਹ 18 ਨੁਕਾਤੀ ਪ੍ਰੋਗਰਾਮ ਜਿਨ੍ਹਾਂ ਨੂੰ ਲੈ ਕੇ ਜੰਗ ਜਿਹੜੀ ਸ਼ੁਰੂ ਕੀਤੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ, ਉਹ ਜੰਗ
ਇੱਕ ਕਿਸਮ ਦੀ ਇੱਕ ਤਨ ਪੱਤਰਤਾ ਲੱਗੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹ ਦਿੱਤਾ ਗਿਆ, ਪਰ ਉਹ ਮੁੱਦੇ ਜਿਹੜੇ ਨਵਜੋਤ ਸਿੱਧੂ ਲੈ ਕੇ ਚੱਲਿਆ ਸੀ ਉਹ ਮੁੱਦੇ ਅਜੇ ਤੇ ਉਸੇ ਤਰ੍ਹਾਂ ਚੱਲਦੇ ਪਏ ਆ। ਤਾਂ ਫਿਰ ਨਵਜੋਤ ਸਿੱਧੂ ਜਿਸ ਤਰੀਕੇ ਨਾਲ ਉਹਨੇ ਇੱਕ ਵਾਰੀ ਅੰਮ੍ਰਿਤਸਰ 'ਚ ਕਿਹਾ ਸੀ ਕਿ ਮੈਂ ਕੋਈ ਦਰਸ਼ਨੀ ਘੋੜਾ ਨਹੀਂ ਹਾਂ, ਜੇਕਰ ਮੇਰੀ ਗੱਲ ਨਾ ਸੁਣੀ ਗਈ ਤਾਂ ਮੈਂ ਇੱਟ ਨਾਲ ਇੱਟ ਖੜਕਾ ਦਿਆਂਗਾ। ਇਹ ਜਿਹੜੀਆਂ ਚਿੱਠੀਆਂ ਨੇ ਠੀਕ ਉਸ ਮੀਟਿੰਗ ਤੋਂ ਬਾਅਦ ਜਿਹੜੀ ਉਸ ਦਿਨ ਉੱਥੇ ਕਾਂਗਰਸ ਹਾਈ ਕਮਾਨ ਤੋਂ ਨਾਲ ਹੁੰਦੀ ਹੈ, ਉਸ ਤੋਂ ਬਾਅਦ ਇਹ ਚਿੱਠੀ ਰਿਲੀਜ਼ ਕਰ ਦਿੱਤੀ ਜਾਂਦੀ ਹੈ ਬਤੌਰ ਪ੍ਰੈਸ ਨੂੰ ਜਿਸ ਤਰੀਕੇ ਨਾਲ ਹੀ ਸਾਡੇ ਕੋਲ ਪਹੁੰਚੀ ਹੈ। ਤਾਂ ਉਸ ਤੋਂ ਅਰਥ ਇਹੋ ਹੀ ਲੱਗਦਾ ਕਿ ਆਉਂਦਿਆਂ ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਵੱਲੋਂ ਵੱਡੇ ਪੱਧਰ ਤੇ ਫਿਰ ਕੋਈ ਧਮਾਕਾ ਜਿਹੜਾ ਉਹ ਕੀਤਾ ਜਾ ਸਕਦਾ। ਉਹ ਹੁਣ ਧਮਾਕਾ ਕੀ ਹੋਵੇਗਾ ਇਹ ਤਾਂ ਹੁਣ ਕੇਵਲ ਔਰ ਕੇਵਲ ਉਹ ਜਾਣਦੇ ਨੇ, ਪਰ ਇਹ ਚਿੱਠੀ ਨੇ ਇਸ ਗੱਲ ਨੂੰ ਦਰਸਾ ਦਿੱਤਾ ਕਿ ਪਰਦੇ ਦੇ ਪਿੱਛੇ ਸਭ ਕੁਝ ਸਹੀ ਨਹੀਂ ਹੈ ਅੱਜ ਦੀ ਤਰੀਕ ਵੀ, ਕਿਉਂਕਿ ਨਵਜੋਤ ਸਿੱਧੂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਚੱਲਿਆ ਸੀ ਉਹ ਮੁੱਦੇ ਜਿਉਂ ਦੇ ਤਿਉਂ ਨੇ, ਬਲਕਿ ਦੋ ਮੁੱਦੇ ਇਹਦੇ ਵਿੱਚ ਹੋਰ ਵਾਧਾ ਹੋ ਗਏ। ਮਾਫ ਕਰਨਾ, ADGP ਬਦਲਣ ਦਾ ਤੇ AG ਨੂੰ ਬਦਲਣ ਦਾ ਦੋ ਮੁੱਦੇ ਹੋਰ ਜੁੜ ਗਏ। ਹੁਣ 18 ਦੀ ਥਾਂ ਤੇ 20 ਮੁੱਦੇ ਹੋ ਗਏ। ਬੇਸ਼ੱਕ ਇਹਦੇ 'ਚ 18 ਹੀ ਮੁੱਦਿਆਂ ਦੀ ਗੱਲ ਕੀਤੀ ਗਈ ਹੈ, ਪਰ ਉਹ ਵੀ ਗੱਲ ਆ। ਸੋ ਕਹਿਣ ਦਾ ਅਰਥ ਇਹ ਆ ਕਿ ਇਹ ਜਿਹੜੀ ਨਾਰਾਜ਼ਗੀ ਹੈ ਨਵਜੋਤ ਸਿੱਧੂ ਦੀ ਉਹ ਪੂਰਨ ਤੌਰ ਤੇ ਝਲਕਦੀ ਨਜ਼ਰ ਆਉਂਦੀ ਹੈ, ਕੇਵਲ ਔਰ ਕੇਵਲ ਇਸ ਕਰਕੇ ਕਿਉਂਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਉਹ ਸਮਝਦੇ ਨੇ ਕਿ ਉਹ ਜਵਾਬਦੇਹ ਨੇ। ਹੁਣ ਅੱਗੇ ਤਾਂ ਜਿਸ ਤਰ੍ਹਾਂ ਉਹਨੇ ਚਿੱਠੀ 'ਚ ਲਿਖਿਆ ਕਿ ਮੈਂ ਮੰਤਰੀ ਵੀ ਰਿਹਾ, ਵਿਧਾਇਕ ਵੀ ਰਿਹਾ, ਤੇ ਮੈਂ ਹੁਣ ਸੂਬਾ ਕਾਂਗਰਸ ਪ੍ਰਧਾਨ ਆ ਤੇ ਮੇਰੀ ਜਿਹੜੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਬਣਦੀ ਹੈ। ਤੇ ਜੇਕਰ ਇਸ ਸੰਦਰਭ 'ਚ ਨਵਜੋਤ ਸਿੱਧੂ ਦੀ ਸਭ ਤੋਂ ਜ਼ਿੰਮੇਵਾਰੀ ਦੇਖੀ ਤਾਂ ਜਿਸ ਤਰੀਕੇ ਨਾਲ ਆਪਣੇ ਆਪ ਤੋਂ ਨੈਤਿਕ ਜ਼ਿੰਮੇਵਾਰੀ ਲੈ ਰਹੇ ਨੇ, ਤਾਂ ਕੁਦਰਤੀ ਤੌਰ ਤੇ ਫਿਰ ਉਹਨਾਂ ਦਾ ਇਹ ਇਹੋ ਜਿਹੜਾ ਕਲਪਨਾ ਕਰਦਾ ਜਾਂ ਇਹੋ ਜਿਹੀ ਸਥਿਤੀ ਦੇ ਵਿੱਚ ਆਣ ਕੇ ਕਲਪਨਾ ਬਣਦਾ ਤਾਂ ਕਰਕੇ ਕਿਉਂਕਿ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਪੁੱਛਣਾ ਟਿਕਟਾਂ ਉਹਨਾਂ ਨੇ ਦੇਣੀਆਂ ਕਿ 18 ਮੁੱਦੇ ਹੱਲ ਨਹੀਂ ਹੋਏ, ਤਾਂ ਕੁਦਰਤੀ ਤੌਰ ਤੇ ਫਿਰ ਤੱਕ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਨ ਦੇ ਅੱਗੇ ਜਾ ਕੇ ਆਪਣਾ ਪੱਖ ਤੇ ਰੱਖੂਗਾ ਨਾ ਕਿ ਭਾਈ ਸਾਹਿਬ ਆਹ ਜਿਹੜੇ 18 ਨਕਾਤੀ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਸੀ ਉਹਨੇ ਤਾਂ ਪੂਰੇ ਨਹੀਂ ਕੀਤੇ, ਉਹਦੀ ਥਾਂ ਤੇ ਹੀ ਮੁੱਖ ਮੰਤਰੀ ਵੀ ਨਵਾਂ ਲਾਤਾ। ਇਹ ਵੀ ਉਹਨਾਂ ਮੁੱਦੇ ਵੱਲ ਹੀ ਜਾਂਦਾ, ਇਹ ਵੀ ਕਦੀ ਕਿਸੇ ਪਾਸੇ ਚਲ ਜਾਂਦਾ, ਕਦੀ ਕਿਸੇ ਪਾਸੇ ਚਲ ਜਾਂਦਾ। ਇਹਨਾਂ ਮੁੱਦਿਆਂ ਦਾ ਕੀ ਕਰਨਾ ਜਿਹੜਾ 18 ਨਕਾਤੀ ਪ੍ਰੋਗਰਾਮ। ਸੋ ਇਸ ਸੰਦਰਭ 'ਚ ਜਦੋਂ ਅਸੀਂ ਇਹ ਸਾਰੀ ਸਥਿਤੀ ਨੂੰ ਵੇਖਦੇ ਹਾਂ ਤਾਂ ਨਵਜੋਤ ਸਿੱਧੂ ਦੀ ਭੂਮਿਕਾ ਠੀਕ ਲੱਗਦੀ ਹੈ, ਪਰ ਜਦੋਂ ਪਿਛਲੇ ਦਿਨ ਹੀ ਸਾਰਟ ਆਊਟ ਦੀ ਗੱਲ ਹੁੰਦੀ, ਉਹਨਾਂ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਫਿਰ ਉਹਨਾਂ ਦੀ ਭੂਮਿਕਾ ਦੇ ਫਿਰ ਪ੍ਰਸ਼ਨ ਚਿੰਨ੍ਹ ਉੱਠਦਾ ਕਿ ਆਉਂਦਿਆਂ ਕੁਝ ਦਿਨਾਂ 'ਚ ਉਹਨਾਂ ਨੇ ਫਿਰ ਕੋਈ ਸਿਆਸੀ ਧਮਾਕਾ ਕਰ ਦੇਣਗੇ। ਸੋ ਸਥਿਤੀਆਂ ਜਿਹੜੀਆਂ ਨੇ ਸਥਿਤੀਆਂ ਕਾਂਗਰਸ ਪਾਰਟੀਆਂ ਦੀਆਂ ਔਰ ਚੰਨੀ ਸਰਕਾਰ ਦੀਆਂ ਜਿਸ ਤਰੀਕੇ ਨਾਲ ਸਾਹਮਣੇ ਦਿਖਾਈ ਦੇ ਰਹੀਆਂ ਨੇ, ਔਰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਕਦੇ ਵੀ ਅਸੀਂ ਕਹਿ ਸਕਦੇ ਕਿ ਸ਼ਾਂਤੀ ਨਾਂ ਦੀ ਚੀਜ਼ ਨਹੀਂ ਹੈ। ਹਮੇਸ਼ਾ ਕਾਟੋ ਕਲੀਸ਼ ਜਾਰੀ ਰਹਿਣਾ, ਚਾਹੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣੀ ਹੋਣ, ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ, ਜਾਂ ਕੋਈ ਇਹਦੀ ਥਾਂ ਤੇ ਕੋਈ ਤੀਜਾ ਵੀ ਬਦਲ ਦਿਓ ਤੁਸੀਂ। ਇਹ ਵੀ ਹੋ ਸਕਦਾ ਕਿ ਭਾਵੇਂ 2-4 ਦਿਨਾਂ 'ਚ ਤੀਜਾ ਮੁੱਖ ਮੰਤਰੀ ਦੋ ਬਦਲਦੇ ਆ, ਇਹ ਇੱਕ ਬਦਲਦਾ ਦੂਜੇ ਨੂੰ ਵੀ ਬਦਲਦੇ, ਤੀਜਾ ਲਾ ਦੇਣ, ਹੋ ਸਕਦਾ। ਪਰ ਇਹ ਜੋ ਕੁਝ ਹੋ ਰਿਹਾ ਇਹ ਹੋਰ ਕਿਸੇ ਵਾਸਤੇ ਚੰਗਾ ਹੈ ਜਾਂ ਕਿਸੇ ਵਾਸਤੇ ਮਾੜਾ ਹੈ, ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵਾਸਤੇ ਬਹੁਤ ਚੰਗਾ ਹੋ ਰਿਹਾ, ਕਿਉਂਕਿ ਉਹਨਾਂ ਨੂੰ ਕੋਈ ਲੋੜ ਹੀ ਨਹੀਂ ਕੰਮ ਕਰਨ ਦੀ, ਕਾਂਗਰਸ ਪਾਰਟੀ ਦਾ ਇਲਜ਼ਾਮ ਲਾਉਣ ਦੀ ਲੋੜ ਹੀ ਨਹੀਂ, ਕਿਉਂਕਿ ਜਿਹੜਾ ਕੰਮ ਉਹਨਾਂ ਨੇ ਕਰਨਾ ਸੀ ਉਹ ਕੰਮ ਜਿਹੜੇ ਉਹ ਆਪਣੇ ਬੰਦੇ ਇਹਨਾਂ ਦੇ ਕਰੀ ਜਾ ਰਹੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣੀ ਹੋਣ, ਚਾਹੇ ਉਹ ਚੰਨੀ ਸਰਕਾਰ ਹੋਵੇ, ਚੰਨੀ ਹੋਣੀ ਹੋਣ, ਉਹ ਕੰਮ ਆਪਸ ਦੇ ਵਿੱਚ ਹੀ ਆਪਣੀਆਂ ਜ਼ਿੰਮੇਵਾਰੀਆਂ ਪੂਰਨ ਤੌਰ ਤੇ ਨਿਭਾ ਰਹੇ ਆ ਤੇ ਵਿਰੋਧੀ ਪਾਰਟੀ ਨੂੰ ਕੋਈ ਲੋੜ ਹੀ ਨਹੀਂ, ਕੋਈ ਮੌਕਾ ਹੀ ਨਹੀਂ ਉਹ ਦੇ ਰਹੇ ਕਿ ਉਹਨਾਂ ਨੂੰ ਕਰਨਾ। ਪਰ ਇਹਦੇ ਨਾਲ ਸਰ ਗੱਲ ਇਹ ਵੀ ਹੈ ਨਾ, ਹੁਣ ਜਿਹੜੇ ਬਿਆਨ ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਹਾਈ ਕਮਾਨ ਨੂੰ ਲੈ ਕੇ ਦੇ ਰਹੇ ਨੇ, ਜਾਂ ਫਿਰ ਚੰਨੀ ਸਰਕਾਰ ਨੂੰ ਮੇਨ ਟਾਰਗੇਟ ਤੇ ਲੈ ਕੇ ਗੱਲ ਕਰ ਰਹੇ ਨੇ ਵੀ ਇਹਨਾਂ ਨੇ ਅਜੇ ਤੱਕ ਕੋਈ ਕੰਮ ਨਹੀਂ ਕੀਤਾ, ਉਹ 18 ਨਕਾਤੀ ਮੁੱਦਿਆਂ ਨੂੰ ਜਿਨ੍ਹਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਹਿੱਲੀ ਸੀਗੀ ਜਾਂ ਤਖਤਾ ਪਲਟ ਹੋਇਆ ਸੀ ਕਾਂਗਰਸ ਦੇ ਵਿੱਚ, ਲੇਕਿਨ ਇਹਨਾਂ ਦੀ ਹੀ ਇਹਨਾਂ ਨੇ ਹੀ ਚੁਣੀ ਹੋਈ ਸਰਕਾਰ ਹੈ ਜੀ, ਜੋ ਇਹਨਾਂ ਦੇ ਬੰਦੇ ਚੁਣ ਕੇ ਲਾਏ ਸੀਗੇ। ਪਰ ਦੂਸਰੀ ਗੱਲ ਇਹ ਵੀ ਹੈ, ਚਾਹੇ ਇਹਨਾਂ ਦੇ ਬੰਦੇ ਸੀ ਕੰਮ ਕਰ ਰਹੇ ਨਹੀਂ ਕਰ ਰਹੇ, ਆਪ ਹੀ ਦੱਸ ਰਹੇ ਨੇ ਵੀ ਕੰਮ ਨਹੀਂ ਹੋ ਰਹੇ, ਲੇਕਿਨ ਦੂਸਰੇ ਪਾਸੇ ਗੱਲ ਇਹ ਹੈ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਕੋਈ ਵੀ ਬੰਦਾ ਬੋਲਦਾ ਨਜ਼ਰ ਨਹੀਂ ਆ ਰਿਹਾ। ਕੀ ਤੁਹਾਨੂੰ ਲੱਗ ਨਹੀਂ ਰਿਹਾ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਇਕੱਲੇ ਪਏ ਨਜ਼ਰ ਆ ਰਹੇ ਨੇ? ਇਹਨਾਂ ਦੇ ਕੋਈ ਪ੍ਰੋੜਤਾ ਨਹੀਂ ਕਰਦਾ ਆ ਰਿਹਾ ਇਹਨਾਂ ਦੇ ਬਿਆਨਾਂ ਦੀ, ਕਿਵੇਂ ਦੇਖ ਰਹੇ ਹੋ? ਬਿਲਕੁਲ ਤੁਸੀਂ ਇਹ ਬਿਆਨ ਬਿਲਕੁਲ ਠੀਕ ਕੀਤਾ ਕਿ ਪਿਛਲੇ ਕੁਝ ਦਿਨਾਂ ਤੋਂ ਖਾਸ ਤੌਰ ਤੇ ਜਿਸ ਤੇ ਦੀ ਚੰਨੀ ਸਰਕਾਰ ਬਣੀ ਹੈ, 2-4 ਦਿਨ ਤਾਂ ਇਸ ਤਰ੍ਹਾਂ ਲੱਗਾ ਕਿ ਚੰਨੀ ਬਾਈ ਕੀ ਨਵਜੋਤ ਸਿੱਧੂ ਹੀ ਸ਼ਾਇਦ ਸੁਪਰ CM ਹੋਣ, ਪਰ ਪਿਛਲੇ 10-15 ਦਿਨਾਂ ਤੋਂ ਨਵਜੋਤ ਸਿੱਧੂ ਬਤੌਰ ਪਾਰਟੀ ਪ੍ਰਧਾਨ ਹੁੰਦੇ ਹੋਏ ਵੀ ਆਪਣੀ ਹੀ ਪਾਰਟੀ 'ਚ ਅਲੱਗ-ਥਲੱਗ ਪਿੰਡੇ ਜਾ ਰਹੇ ਨੇ। ਨਾ ਤਾਂ ਉਹਨਾਂ ਦੇ ਕੋਈ ਇਹਨਾਂ ਬਿਆਨਾਂ ਦੇ ਉੱਤੇ ਕੋਈ ਬੰਦਾ ਸਮਰਥਨ ਕਰਦਾ,
ਨਾ ਕੋਈ ਇਹਨਾਂ ਦੇ ਹੱਕ 'ਚ ਬੋਲਦਾ ਤੇ ਨਾ ਹੀ ਕੋਈ ਇਹਦੇ ਖਿਲਾਫ ਬੋਲਦਾ। ਕੇਵਲ ਔਰ ਕੇਵਲ ਇਹ ਆਪਣੀ ਗੱਲ ਕਹਿੰਦੇ ਆ, ਲੋਕੀ ਇਹ ਵੇਖਣ ਦੇ ਮੂਡ 'ਚ ਹੁੰਦੇ ਨੇ ਕਿ ਨਵਜੋਤ ਸਿੱਧੂ ਨੇ ਕਿਹਾ ਕੀ ਤੇ ਹਾਈਕਮਾਨ ਕੀ ਕਰਦੀ ਹੈ। ਕਿਉਂਕਿ ਹੁਣ ਜਿਹੜੇ ਇਹ ਬੰਦੇ ਨੇ ਇਸ ਵੇਲੇ ਚੰਨੀ ਸਰਕਾਰ ਦੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ, ਉਹ ਇਸ ਚੱਕਰ 'ਚ ਨੇ ਕਿ ਨਵਜੋਤ ਸਿੱਧੂ ਕੋਈ ਗਲਤੀ ਕਰੇ ਤੇ ਹਾਈਕਮਾਨ ਉਸਨੂੰ ਜਲਦੀ ਤੋਂ ਜਲਦੀ ਮੰਨੇ ਤੇ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾਵੇ। ਅਸਲ 'ਚ ਕਾਂਗਰਸ ਪਾਰਟੀ ਦੀ ਜਿਹੜੀ ਸਿਚੁਏਸ਼ਨ ਆ ਨਵਜੋਤ ਸਿੱਧੂ ਦੇ ਸੰਦਰਭ ਦੇ ਵਿੱਚ ਹੁਣ ਇਹ ਆ ਕਿ ਨਵਜੋਤ ਸਿੱਧੂ ਕੋਈ ਗਲਤੀ ਕਰੇ ਤੇ ਕਾਂਗਰਸ ਹਾਈਕਮਾਨ ਉੱਤੇ ਤੁਰੰਤ ਕਾਰਵਾਈ ਕਰੇ। ਹੁਣ A to Z ਹਰੀਸ਼ ਉਹ ਆਪਣੇ ਸੁਨੀਲ ਜਾਖੜ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਤੱਕ ਹਰ ਵਿਅਕਤੀ, ਹਰ ਸਮਰਥਕ ਵਰਕਰ ਹੁਣ ਜਿਹੜੇ MLA ਨੇ ਇਹੋ ਹੀ ਸੋਚਦੇ ਪਏ ਨੇ। ਹੁਣ ਇਹੋ ਹੀ ਗੱਲ ਹੈ ਕਿ ਉਹ ਅਲੱਗ ਥਲੱਗ ਉਹਨਾਂ ਦੇ ਕੋਈ ਪੁਆਇੰਟ ਤੇ ਕੋਈ ਵੀ ਨਾ ਕੋਈ ਸਹਿਮਤੀ ਪ੍ਰਗਟ ਕਰਦਾ ਨਾ ਕੋਈ ਅਸਹਿਮਤੀ ਪ੍ਰਗਟ ਕਰਦਾ। ਤਾਂ ਸ਼ਾਇਦ ਇਹੋ ਹੀ ਇੱਕ ਰਾਂਝ ਆ ਮਨ ਦੇ ਵਿੱਚ, ਇੱਕ ਟੀਸ ਆ ਕਿ ਜਿਹੜੀ ਉਸ ਦਿਨ ਜਿੱਦਣ ਇਹਨਾਂ ਨੇ ਮੋਰਚਾ, ਜਿਸ ਦਿਨ ਉਹਨਾਂ ਨੇ ਆਪਣੀ ਰੋਸ ਮਾਰਚ ਸ਼ੁਰੂ ਕੀਤਾ ਸੀ, ਤਾਂ ਉਸ ਰੋਸ ਮਾਰਚ ਦੇ ਵਿੱਚ ਵੀ ਬਕਾਇਦਾ ਤੌਰ ਤੇ ਇਹਨਾਂ ਨੇ ਅਪਸ਼ਬਦ ਬੋਲਦੇ ਹੋਏ ਇਹ ਗੱਲ ਕਹੀ ਸੀ ਕਿ ਪੰਜਾਬ ਵਿੱਚ ਜੇ ਕਾਂਗਰਸ ਦਾ ਵਿਕਾਸ ਕਰਨਾ ਤਾਂ ਭਗਵੰਤ ਸਿੰਘ ਸਿੱਧੂ ਦੇ ਮੁੰਡੇ ਨੂੰ ਤੁਸੀਂ ਮੁੱਖ ਮੰਤਰੀ ਬਣਾ ਕੇ ਦਿੱਤੇ ਜਾਣ। ਫਿਰ ਇਹ ਗੱਲ ਆ ਜਿਸ ਕਰਕੇ ਬਾਰ-ਬਾਰ ਰੱਜ ਜਿਹੜਾ ਮਨ ਦਾ ਦਰਦ ਜਿਹੜਾ ਬੋਲਣਾ ਹੀ ਛਲਕ ਪੈਂਦਾ, ਕਦੀ ਚਿੱਠੀ ਰਾਹੀਂ ਛਲਕ ਪੈਂਦਾ, ਕਦੀ ਟਵੀਟ ਰਾਹੀਂ ਛਲਕ ਪੈਂਦਾ। ਪਰ ਸਿੱਧੂ ਸਾਹਿਬ, ਆਪਣੇ ਮਾਨ ਸਾਹਿਬ, ਜਿਹੜੀ ਸਿਚੁਏਸ਼ਨ ਆ ਹੁਣ ਨਵਜੋਤ ਸਿੱਧੂ ਵਾਸਤੇ, ਇਹ ਜੇਕਰ ਮੈਂ ਪੰਜਾਬ ਕਾਂਗਰਸ ਦੇ ਸੰਦਰਭ 'ਚ ਗੱਲ ਕਰਾਂ ਤਾਂ ਇੰਨੀ ਸਥਿਤੀ ਕਾਰਗਰ ਲੱਗਦੀ ਨਹੀਂ ਆ। ਕਿਉਂਕਿ ਸਥਿਤੀਆਂ ਉਹ ਤੁਹਾਡੀ ਵਾਲੀ ਗੱਲ ਪੂਰਨ ਤੌਰ ਤੇ ਉਹ ਇਕੱਲੇ ਪੈ ਰਹੇ ਨੇ ਬੀਤੇ ਦਿਨਾਂ ਤੋਂ। ਅਲੱਗ ਥਲੱਗ ਦੀ ਜਿਹੜੀ ਸਿਚੁਏਸ਼ਨ ਉਹ ਨੋਟ ਆਉਂਦੀ ਆ। ਕੋਈ ਸਮਰਥਕ ਨਹੀਂ, ਕੋਈ ਵਰਕਰ ਉਹਨਾਂ ਦੇ ਹੱਕ 'ਚ ਨਾ ਖਿਲਾਫ ਬੋਲਦਾ ਨਾ ਹੱਕ 'ਚ ਬੋਲਦਾ, ਬਲਕਿ ਇਹੋ ਹੀ ਸੋਚਦੇ ਕਿ ਇਹ ਗਲਤੀ ਕਰਨ ਤੇ ਆਪਾਂ ਕੰਮ ਕਰੀਏ। ਸੋ ਇਹ ਜਿਹੜੀ ਸਥਿਤੀ ਹੈ ਇਹ ਨਵਜੋਤ ਸਿੱਧੂ ਵਾਸਤੇ ਚਿੰਤਾਜਨਕ ਹੈਗੀ ਆ। ਉਹ ਬੰਦਾ, ਅਸੀਂ ਵਾਰ-ਵਾਰ ਹੀ ਕਹਿ ਰਹੇ ਕਿ ਉਹ ਬੰਦਾ ਲੋਕ ਮੁੱਦਿਆਂ ਦੀ ਗੱਲ ਕਰਦਾ, ਉਹਨਾਂ ਮੁੱਦਿਆਂ ਦੀ ਗੱਲ ਕਰਦਾ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਹੈਗੇ ਆ। ਪਰ ਦੂਜੇ ਪਾਸੇ ਗੱਲ ਤੇ ਹੈਗੇ ਆ ਕਿ ਉਹ ਵਿਚਾਰਾ ਇਕੱਲਾ ਕਰੇ ਕੀ। ਹਰ ਬੰਦਾ ਆਪੋ ਆਪਣੀ ਕੁਰਸੀਆਂ ਤੇ ਬਹਿ ਗਏ, ਲੋਕ ਮੁੱਦੇ ਪੈਂਦੇ ਟੱਠੇ ਖੂਹ 'ਚ। ਜਿਹੜੀ ਕਿਹੜੀ ਗੱਲ ਹੈ, ਹੁਣ ਬਿਜਲੀ ਦੀ ਕੋਈ ਗੱਲ ਨਹੀਂ ਕਰਦਾ, ਬਰਗਾੜੀ ਕਾਂਡ ਲੱਗਦਾ ਖਤਮ ਹੋ ਗਿਆ, ਹੱਲ ਹੋ ਗਿਆ, ਕੋਈ ਚੱਕਰ ਹੀ ਕੋਈ ਨਹੀਂ ਰਹਿ ਗਿਆ। PPA ਦਾ ਮੁੱਦਾ, ਬਿਜਲੀ ਦੇ ਬਿੱਲ ਰੱਦ ਕਰਨੇ, ਕੱਖ ਨਹੀਂ। ਇਹ ਸਿਰਫ ਔਰ ਸਿਰਫ ਲੜਾਈ ਕਾਂਗਰਸ ਹਾਈਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਤੱਕ ਸੀਮਤ ਲੱਗਦੀ ਸੀ, ਜਿਹਦੇ ਵਿੱਚ ਕਾਂਗਰਸ ਹਾਈਕਮਾਨ ਨੇ ਮੈਨੂੰ ਲੱਗਦਾ ਨਵਜੋਤ ਸਿੱਧੂ ਨੂੰ ਵਰਤਿਆ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਜੋ ਕੁਝ ਅਸੀਂ ਵੇਖਿਆ ਜਾਂ ਜੋ ਕੁਝ ਪੜਦੇ ਤੇ ਹੋਇਆ, ਉਹ ਹੋਇਆ ਕੁਝ ਨਹੀਂ ਹੈ। ਨਵਜੋਤ ਸਿੱਧੂ ਤਾਂ ਇੱਕ ਪਿਆਦਾ ਸੀ ਹਾਈਕਮਾਨ ਦਾ। ਹਾਈਕਮਾਨ ਨੇ ਆਪਣੀ ਮਰਜ਼ੀ ਨਾਲ ਵਰਤ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਠਾਂ ਲਾਉਣਾ ਸੀ ਤੇ ਲਾ ਕੇ ਪਰਾਂ ਸੁੱਟਿਆ ਤੇ ਨਵਜੋਤ ਸਿੱਧੂ ਨੂੰ ਵਰਤ ਲਿਆ। ਜਦੋਂ ਹੁਣ ਨਵਜੋਤ ਸਿੱਧੂ ਉਹਨਾਂ ਦੇ ਕੰਮ ਦੇਤਾ, ਨਵਜੋਤ ਸਿੱਧੂ ਨੂੰ ਬੈਕਫੁੱਟ ਤੇ ਸੁੱਟਣ ਦਾ ਯਤਨ ਜਿਹੜਾ ਹਾਈਕਮਾਨ ਨੇ ਸ਼ੁਰੂ ਕਰਤਾ। ਤੇ ਜੇ ਵਾਕਈ ਨਵਜੋਤ ਸਿੱਧੂ ਨੇ ਇਹ ਸਭ ਕੁਝ ਕਰਵਾਇਆ ਹੁੰਦਾ ਜਾਂ ਕੀਤਾ ਹੁੰਦਾ ਤਾਂ ਹਾਈਕਮਾਨ ਹੁਣ ਤੱਕ ਚੰਨੀ ਸਰਕਾਰ ਦੀਆਂ ਰਾਹਾਂ 'ਚ ਅੰਗੂਠਾ ਦਿੱਤਾ ਹੁੰਦਾ ਕਿ ਮੁੱਦੇ ਹੱਲ ਕਰਾਏ ਹੁੰਦੇ। ਹੁਣ ਤਾਂ ਨਵਜੋਤ ਸਿੱਧੂ ਨੂੰ ਵੀ ਹਾਈਕਮਾਨ ਸਾਈਡਲਾਈਨ ਕਰਨ ਬਾਰੇ ਸੋਚ ਰਹੀ ਹੈ। ਸੋ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਨਵਜੋਤ ਸਿੱਧੂ ਦੀ ਭੂਮਿਕਾ ਤੇ ਕਈ ਵਾਰੀ ਤਰਸ ਵੀ ਆਉਂਦਾ ਤੇ ਚਿੰਤਾਜਨਕ ਵੀ ਹੁੰਦੀ ਹੈ, ਚਿੰਤਾ ਵੀ ਹੁੰਦੀ ਹੈ ਕਿ ਕਿਹੋ ਜਿਹੇ ਹਾਲਾਤ। ਕਿਉਂਕਿ ਉਹ ਮੁੱਦੇ ਜਿਹੜੇ 18 ਮੁੱਦੇ ਸੀ ਜਿਹੜੇ ਹਮੇਸ਼ਾ ਲੋਕੀ ਕਹਿੰਦੇ ਕਿ ਹਾਂਜੀ ਹੱਲ ਕਰੋ ਹੱਲ ਕਰੋ ਹੱਲ ਕਰੋ, ਲੋਕ ਵੀ ਕਹਿੰਦੇ ਸੀ, ਇਹ ਮੰਤਰੀ ਵੀ ਕਹਿੰਦੇ ਸੀ, ਸੁਖਜਿੰਦਰ ਸਿੰਘ ਦਾ ਦਾਵਾ ਵੀ। ਹੁਣ ਵੇਖੋ ਉਸ ਦਿਨ ਤੋਂ ਮਗਰੋਂ ਇਦਾਂ ਲੱਗਣ ਡਿਆ ਜਿਹੜਾ ਅਕਾਲ ਤਖਤ ਸਾਹਿਬ ਦਾ ਧਿਆਨ ਸਿੰਘ ਮਾਂਡਾ ਉਹ ਵੀ ਚੁੱਪ ਕਰ ਗਿਆ, ਜਥੇਦਾਰ, ਉਹਨੂੰ ਵੀ ਚੇਤਾ ਭੁੱਲ ਗਿਆ ਕਿ ਮੈਂ ਉਹਨਾਂ ਨੂੰ ਸੱਦਣਾ ਸੀ। ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਉਹਨਾਂ ਨੇ ਕੀਤੀ ਸੀ, ਅਪੀਲ ਕੀਤੀ ਸੀ ਤੁਸੀਂ ਆਓ, ਉਹ ਵੀ ਚੇਤਾ ਭੁੱਲ ਗਿਆ। ਉਸ ਤੋਂ ਮਗਰੋਂ ਧਿਆਨ ਸਿੰਘ ਮਾਂਡਾ ਨੇ ਜਿਤਨਾ ਇਹਨਾਂ ਨੂੰ ਚੱਕਿਆ, ਬਾਕੀ ਜਿਹੜੇ 4 ਮੰਤਰੀ ਉਹ ਵੀ ਚੇਤਾ ਭੁੱਲ ਗਿਆ। ਮਤਲਬ ਸਾਰਾ ਕੁਝ ਹੀ ਠੀਕ ਚੱਲਣ ਡਿਆ, ਮਤਲਬ ਸੁਖ ਚੈਨ ਦੀ ਬੰਸਰੀ ਵਸਦੀ ਪਈ ਆ। ਕੇਵਲ ਔਰ ਕੇਵਲ ਟਾਰਗੇਟ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਹੀ ਹਾਈਕਮਾਨ ਨੇ, ਕਿਉਂਕਿ ਹਾਈਕਮਾਨ ਨੂੰ ਸਮਝਦੀ ਸੀ ਕੈਪਟਨ ਅਮਰਿੰਦਰ ਸਿੰਘ ਇੰਨਾ ਤਾਕਤਵਰ ਹੋ ਚੁੱਕੇ ਨੇ, ਉਹ ਕਦੇ ਵੀ ਉਹਨਾਂ ਕੋਲ ਲੱਥ ਨਹੀਂ ਸਕਦੇ। ਤਾਂ ਉਹਨਾਂ ਨੇ ਨਵਜੋਤ ਸਿੱਧੂ ਨੂੰ ਅੱਗੇ ਲਾਇਆ ਤੇ ਅੱਗੇ ਲੱਗ ਕੇ ਨਵਜੋਤ ਸਿੱਧੂ ਜੋ ਕਹਿੰਦੇ ਸੀ ਹਾਈਕਮਾਨ ਉੱਤੇ ਪਹਿਰਾ ਦਿੰਦੀ ਸੀ, ਠੀਕ ਆ ਜੀ, ਠੀਕ ਆ ਠੀਕ ਆ। ਹੁਣ ਨਵਜੋਤ ਸਿੱਧੂ ਜੇਕਰ ਹੁਣ ਚਿੱਠੀ ਲਿਖਦਾ ਤਾਂ ਉਹਦੀ ਚਿੱਠੀ ਨੂੰ ਚੁੱਕ ਕੇ ਹੁਣ ਸਾਈਡ ਤੇ ਰੱਖ ਦਿੱਤੇ, ਕੋਈ ਗੱਲ ਨਹੀਂ। ਉਹਨੂੰ ਕਹਿ ਦਿੱਤਾ ਜਾਂਦਾ ਕਿ ਆ ਵੀ ਕਾਕਾ ਜਾ ਕੇ ਤੂੰ ਕੰਮ ਕਰ ਪੰਜਾਬ ਸਰਕਾਰ ਦੇ ਵਿੱਚ, ਤੇਰਾ ਕੰਮ ਜਿਹੜਾ ਹੈਗਾ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨਾ, ਤੂੰ ਚੰਨੀ ਸਰਕਾਰ 'ਚ ਦਖਲਅੰਦਾਜ਼ੀ ਨਹੀਂ ਕਰਨੀ। ਤਾਂ ਨਵਜੋਤ ਸਿੱਧੂ ਕੀ ਕਰੇ, ਉਹ ਤਾਂ ਚਿੱਠੀ ਲਿਖ ਸਕਦਾ, ਉਹਨੇ ਲਿਖ ਕੇ ਦੇ ਦਿੱਤੀ ਹੈ। ਪਰ ਇਹਦੇ ਨਾਲ ਜਿਹੜੀਆਂ ਸਥਿਤੀਆਂ ਨੇ ਇਹ ਚਿੰਤਾਜਨਕ ਨੇ। ਜੇਕਰ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਦੀ ਇਸ ਚਿੱਠੀ ਤੇ ਅਮਲ ਨਾ ਕੀਤਾ ਤਾਂ ਜੇਕਰ ਕੱਲ ਨੂੰ ਸਥਿਤੀਆਂ ਰਾਜਨੀਤੀ 'ਚ ਸੰਭਾਵਨਾਵਾਂ ਮਾਨ ਸਾਹਿਬ ਬਦਲੀਆਂ ਦਿੰਦੀਆਂ ਨੇ, ਤੇ ਜੇਕਰ ਕੱਲ ਨੂੰ ਨਵਜੋਤ ਸਿੱਧੂ ਵੱਲੋਂ ਕੋਈ ਇੱਕ ਵੱਡਾ ਕੋਈ ਸਿਆਸੀ ਫੈਸਲਾ ਕਰ ਲਿਆ ਗਿਆ ਤਾਂ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹ ਪੂਰੀ ਖੁਰ ਜੂਗੀ। ਇਹ ਜਿਹੜੇ ਸੁਪਨੇ ਲੈ ਰਹੇ ਨੇ ਕਿ 2022 ਦੇ ਵਿੱਚ ਅਸੀਂ ਮੁੱਖ ਮੰਤਰੀ ਫਿਰ ਇਹਨੇ ਬਣਨਾ ਉਹਨੇ ਬਣਨਾ, ਫਿਰ ਭੁੱਲ ਜਾਓ। ਕਿਉਂਕਿ ਫਿਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਵੇਖੋ ਕਿਸ ਤਰੀਕੇ ਨਾਲ ਉੱਪਰਦੀਆਂ ਨੇ। ਕਦੇ ਵੀ ਕਾਂਗਰਸ ਹਾਈਕਮਾਨ ਦੀ ਕੋਸ਼ਿਸ਼ ਇਹੋ ਰਹੂਗੀ ਕਿ ਨਵਜੋਤ ਸਿੱਧੂ ਵਰਗੇ ਹੀਰੇ ਨੂੰ ਨਾ ਗਵਾਇਆ ਜਾਵੇ, ਕਿਉਂਕਿ ਇਹੋ ਹੀ ਚਿਹਰਾ ਉਹਨਾਂ ਕੋਲ ਹੈਗਾ। ਚਾਹੇ ਉਹ ਲੋਕੀ ਠੀਕ ਆ
ਕਾਂਗਰਸ ਪਾਰਟੀ ਪੱਧਰ ਤੇ ਜੋ ਮਰਜ਼ੀ ਉਹਦੀ ਗੱਲ ਉਹ ਕਰਨ ਜਾਂ ਨਾ ਕਰਨ, ਪਰ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਉਸ ਦੀ ਮਕਬੂਲੀਅਤ ਉਸੇ ਤਰ੍ਹਾਂ, ਲੋਕ ਅੱਜ ਵੀ ਉਸ ਨੂੰ ਸੁਣਨਾ ਪਸੰਦ ਕਰਦੇ ਆ। ਬੇਸ਼ੱਕ ਫਰਕ ਥੋੜਾ ਬਹੁਤਾ ਉਤਰਾਅ ਚੜ੍ਹਾਅ ਆਉਂਦਾ, ਪਰ ਲੋਕ ਫਿਰ ਵੀ ਕਹਿੰਦੇ ਨੇ ਕਿ ਇਹ ਬੰਦਾ ਪੰਜਾਬ ਦਾ ਦਰਦ ਰੱਖਦਾ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪ੍ਰਤੀ ਇਹ ਬੰਦਾ ਸੋਚਣ ਵਾਲਾ, ਇਹ ਜੇ ਕੁਝ ਬੋਲਦਾ ਤੇ ਮੁੱਦਿਆਂ ਦੇ ਆਧਾਰ ਤੇ ਬੋਲਦਾ, ਇਹ ਬੰਦਾ ਖੁਦ ਆਪਣੀ ਸਿਆਸਤ ਕਰਨ ਵਾਸਤੇ ਨਹੀਂ ਇਹ ਆਇਆ। ਇਹੋ ਹੀ ਗੱਲ ਜਿਹੜੀ ਹੈ ਨਵਜੋਤ ਸਿੱਧੂ ਦੇ ਫੇਵਰ 'ਚ ਜਾ ਰਹੀ ਆ, ਤੇ ਸ਼ਾਇਦ ਇਸੇ ਗੱਲ ਨੂੰ ਹੀ ਕਾਂਗਰਸ ਹਾਈ ਕਮਾਨ ਵੀ ਪਛਾਣਦੀ ਹੈ ਜੀ। ਨਵਜੋਤ ਸਿੰਘ ਸਿੱਧੂ ਦੀ ਚਿੱਠੀ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਸਲਾਹਕਾਰ ਦੀ ਚਿੱਠੀ ਦੀ। ਉਹਨਾਂ ਦੇ ਸਲਾਹਕਾਰ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਤੇ ਉਹਨਾਂ ਦੇ ਧੜੇ ਦੇ ਕੁਝ ਨਾਮਵਰ ਨੇਤਾਵਾਂ ਨੂੰ ਲੈ ਕੇ ਕਿ ਉਹਨਾਂ ਦੇ ਵੱਲੋਂ ਇਲਜ਼ਾਮ ਲੱਗੇ ਨੇ ਵੱਡੇ ਮੁਹੰਮਦ ਮੁਸਤਫਾ ਦੀ ਗੱਲ ਕਰ ਰਹੀ, ਉਹਨਾਂ ਵੱਲੋਂ ਵੱਡੇ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਕਰੀਬੀਆਂ ਉੱਪਰ ਲੱਗੇ ਨੇ ਕਿ ਉਹ ਉਹਨੂੰ ਧਮਕਾਉਂਦੇ ਰਹੇ ਨੇ ਪਿਛਲੇ ਕੁਝ ਟਾਈਮ ਤੋਂ। ਤੋ ਗੱਲ ਸਵਾਲ ਇਹ ਹੈ ਜੀ ਕਿ ਜੇਕਰ ਉਹ ਪਹਿਲਾਂ ਧਮਕਾਉਂਦੇ ਰਹੇ ਸੀ ਤਾਂ ਅੱਜ ਤੱਕ ਉਹ ਇਸ ਧਮਕੀਆਂ ਦੇ ਵਿਰੁੱਧ ਪਹਿਲਾਂ ਕਿਉਂ ਨਹੀਂ ਬੋਲੇ, ਹੁਣ ਕਿਉਂ ਬੋਲੇ ਨੇ? ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਮਲੇ ਨੂੰ? ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਕਰੀਬੀਆਂ ਦੇ ਉੱਪਰ ਵੱਡੇ ਇਲਜ਼ਾਮ ਕਿ ਧਮਕੀਆਂ ਦਿੱਤੇ ਗਏ ਨੇ ਕਿ ਮੈਂ ਤੁਹਾਨੂੰ ਪੁੱਠਾ ਟੰਗ ਦਾਂਗਾ, ਮੈਂ ਸੜਕ ਉੱਪਰ ਘਸੀਟਾਂਗਾ। ਕਿਵੇਂ ਦੇਖ ਰਹੇ ਹੋ ਮੁਹੰਮਦ ਮੁਸਤਫਾ ਦੀ ਇਸ ਚਿੱਠੀ ਨੂੰ, ਇਸ ਟਵੀਟ ਨੂੰ? ਦੇਖੋ, ਮੁਹੰਮਦ ਮੁਸਤਫਾ ਜਿਹੜੇ ਨੇ ਨਵਜੋਤ ਸਿੱਧੂ ਦੇ ਮੁੱਖ ਚੋਣ ਰਣਨੀਤੀਕਾਰ ਨੇ, ਉਹਨਾਂ ਦਾ ਕਾਫੀ ਉਹ ਕੰਮ ਜਿਹੜਾ ਉਹ ਚੱਲਦਾ ਪਿਆ ਉਹਨਾਂ ਦਾ, ਤੇ ਨਵਜੋਤ ਸਿੱਧੂ ਦੇ ਹਮੇਸ਼ਾ ਹਰ ਫਰੰਟ ਤੇ ਅੱਗੇ ਆਣ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਾਰ ਦਾ ਉਹ ਜਵਾਬ ਦਿੰਦੇ ਰਹੇ ਹੈ। ਤੇ ਅੱਜ ਜਿਹੜੀ ਸਥਿਤੀ, ਅੱਜ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕੈਪਟਨ ਸੰਦੀਪ ਸੰਧੂ, ਰਾਣਾ ਸੋਢੀ ਜਾਂ ਹੀਰਾ ਸੋਢੀ ਵੱਲੋਂ ਫੋਨ ਕਰਕੇ ਸ਼ਰੇਆਮ ਉਹਨਾਂ ਨੂੰ ਧਮਕਾਇਆ ਜਾਂਦਾ ਰਿਹਾ। ਈਵਨ ਕਿ ਰਜ਼ੀਆ ਸੁਲਤਾਨਾ ਨੂੰ ਵੀ ਰਾਣਾ ਸੋਢੀ ਨੇ ਇਹ ਗੱਲ ਕਹੀ ਕਿ ਤੁਸੀਂ ਮੁਹੰਮਦ ਮੁਸਤਫਾ ਨੂੰ ਸਮਝਾ ਲਓ, ਨਹੀਂ ਤਾਂ ਬਹੁਤ ਮਹਿੰਗਾ ਪਵੇਗਾ। ਹੁਣ ਜੇਕਰ ਇਹੋ ਜਿਹੀ ਗੱਲਬਾਤ ਇੱਕ ਸਾਬਕਾ IPS ਅਧਿਕਾਰੀ ਕਰਦਾ ਤਾਂ ਉਸ ਦੀਆਂ ਗੱਲਾਂ 'ਚ ਫਿਰ ਵਜਨ ਤੇ ਹੈ, ਸੱਚ ਤਾਂ ਹੈ, ਕਿਉਂਕਿ ਇਹੋ ਹੀ ਗੱਲਾਂ ਕਿਸੇ ਸਮੇਂ ਪ੍ਰਗਟ ਸਿੰਘ ਨੇ ਕੀਤੀਆਂ ਸੀ। ਪ੍ਰਗਟ ਸਿੰਘ ਵੀ ਕਹਿੰਦੇ ਸੀ ਕੈਪਟਨ ਸੰਦੀਪ ਸੰਧੂ ਦਾ ਫੋਨ ਆਉਂਦਾ ਤਾਂ ਕੈਪਟਨ ਸੰਦੀਪ ਸੰਧੂ ਵੱਲੋਂ ਪਤਾ ਵਰਸ਼ਨ ਲੱਗ ਕਹਿੰਦੇ ਜੀ ਮੈਂ ਤਾਂ ਕਦੀ ਕੀਤਾ ਹੀ ਨਹੀਂ, ਮੈਂ ਤਾਂ ਵੈਸੇ ਹੀ ਨਹੀਂ ਪਤਾ, ਕਿਉਂਕਿ ਉਹਨਾਂ ਦੀ ਜਿੱਦਾਂ ਦੀ ਆਦਤ ਆ। ਪਰ ਤੁਸੀਂ ਇਹ ਦੇਖੋ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਉਹ ਸਥਿਤੀ ਨਹੀਂ ਹੈ ਜੋ ਪਹਿਲਾਂ ਹੁੰਦੀ ਸੀ, ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਉਹ ਕਾਰੇ ਜਿਹੜੇ ਨੰਗੇ ਹੋ ਕੇ ਸਾਹਮਣੇ ਆ ਰਹੇ ਕਿ ਕਿਸ ਤਰੀਕੇ ਨਾਲ ਡਰਾਉਣ ਧਮਕਾਉਣ ਦੀ ਜਿਹੜੀ ਨੀਤੀ ਜਿਹੜੀ ਆ ਉਹਨਾਂ ਵੱਲੋਂ ਚੱਲਦੀ ਰਹੀ ਹੈ, ਤੇ ਕਿਸ ਤਰੀਕੇ ਨਾਲ ਮੁਹੰਮਦ ਮੁਸਤਫੇ ਨੂੰ ਉਹ ਡਰਾਇਆ ਧਮਕਾਇਆ ਜਾਂਦਾ ਰਿਹਾ, ਘਸੀਟਣ ਤੱਕ ਉਹਨੂੰ ਕਿਹਾ ਗਿਆ ਕਿ ਤੈਨੂੰ ਘਸੀਟਾਂਗੇ। ਤਾਂ ਇਹ ਗੱਲਾਂ ਜਿਹੜੀਆਂ ਨੇ ਇਹ ਬੜੀਆਂ ਡੂੰਘੇ ਅਰਥ ਰੱਖਦੀਆਂ ਨੇ। ਤੇ ਹੁਣ ਕਿਉਂਕਿ ਇੱਕ ਦਿਨ ਕੱਲ ਵੀ ਇੱਕ ਸੋਸ਼ਲ ਮੀਡੀਆ ਤੇ ਗੱਲ ਹੋਈ ਸੀ ਕਿ ਉਹਨੇ ਮੁਹੰਮਦ ਮੁਸਤਫੇ ਨੇ ਇੰਨੀ ਗੱਲ ਕਹੀ ਸੀ ਕਿ ਤੁਸੀਂ ਨਵਜੋਤ ਸਿੱਧੂ ਨੂੰ ਜੋ ਮਰਜ਼ੀ ਕਹਿ ਲਓ ਪਰ ਗੱਦਾਰ ਨਹੀਂ ਕਹਿਣਾ। ਮੇਰੇ ਕੋਲ ਕਹਿੰਦਾ ਪੂਰੀ ਕਿਤਾਬ ਆ 500 ਸਫ਼ੇ ਦੀ, ਜਦੋਂ ਮੈਂ ਉਹ ਖੋਲ੍ਹਣ ਤੇ ਆ ਗਿਆ ਤੇ ਕੈਪਟਨ ਸਾਹਿਬ ਤੁਹਾਨੂੰ ਫਿਰ ਜਵਾਬ ਦਿੱਤੇ ਨਹੀਂ ਜਾਣੇ। ਤਾਂ ਇੱਕ ਇੰਟਰਸਟਿੰਗ ਗੱਲ ਹੈ ਕਿ ਅੱਜ ਤੱਕ ਜਿੰਨੀ ਵਾਰੀ ਵੀ ਮੁਹੰਮਦ ਮੁਸਤਫੇ ਦੇ ਟਵੀਟ ਆਏ ਨੇ ਜਾਂ ਬਿਆਨ ਆਏ ਨੇ, ਕੈਪਟਨ ਅਮਰਿੰਦਰ ਸਿੰਘ ਦੇ ਕਦੇ ਉਹਦੀ ਟੀਮ ਨੇ, ਨਵੀਨ ਠੋਕਰਾਲ ਨੇ ਕਦੇ ਕੋਈ ਜਵਾਬ ਨਹੀਂ ਦਿੱਤਾ। ਨਹੀਂ ਕਿ ਜਾਂ ਤਾਂ ਇਸ ਤਰ੍ਹਾਂ ਲੱਗਦਾ ਕਿ ਮੁਹੰਮਦ ਮੁਸਤਫੇ ਨੂੰ ਉਹ ਵੇਟੇਜ ਹੀ ਨਹੀਂ ਦੇਣਾ ਚਾਹੁੰਦੇ, ਪਰ ਜਿਸ ਤਰੀਕੇ ਦੇ ਨਾਲ ਉਹ ਹਮਲਾਵਰ ਰੁਖ ਅਪਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਕੱਲ੍ਹ ਟਾਰਗੇਟ ਕਰਦੇ ਪਏ ਨੇ, ਉਹਦੇ ਤੋਂ ਬਹੁਤ ਕੁਝ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਾਰਜਸ਼ੈਲੀ ਸਾਹਮਣੇ ਆ ਰਹੀ ਆ ਕਿ ਕਿਸ ਤਰੀਕੇ ਨਾਲ ਅੱਜ ਜਦੋਂ ਫਿਰ 21 ਮਈ ਹੁਣ ਬਕਾਇਦਾ ਤਰੀਕ ਵਾਈਜ਼ ਉਹਨੇ ਦੱਸਿਆ ਕਿ ਮਈ ਦੇ ਮਹੀਨੇ ਜਦੋਂ ਉਹਨੂੰ ਬਣਾਇਆ ਤਾਂ ਇਹ ਵੀ ਉਦੋਂ ਵੀ ਸਲਾਹ ਉਹਨੂੰ ਕਹੀ ਗਈ ਕਿ ਤੂੰ ਘਰ ਬੈਠ ਜਾ, ਇਹੋ ਜਿਹੀਆਂ ਗੱਲਾਂ ਨਾ ਕਰ। ਕਹਿਣ ਦਾ ਅਰਥ ਇਹ ਹੈ, ਇੱਕ ਗੱਲ ਹੋਰ ਮੈਂ ਬਾਕੀ ਗੱਲ ਸਮਝ ਦੇਖੋ, ਅੱਜ ਦੋ ਘਟਨਾਵਾਂ ਵਾਪਰਦੀਆਂ ਨੇ। ਇੱਕ ਪਾਸੇ ਤਾਂ ਮੁਹੰਮਦ ਮੁਸਤਫਾ ਕੈਮਰੇ ਤੇ ਆਣ ਕੇ ਇਹ ਟਵੀਟ ਕਰਦਾ ਕੈਪਟਨ ਅਮਰਿੰਦਰ ਦੇ ਖਿਲਾਫ, ਦੂਜੇ ਪਾਸੇ ਅੱਜ ਹੀ ਨਵਜੋਤ ਸਿੱਧੂ ਦੀ ਚਿੱਠੀ ਜਿਹੜੀ ਆ ਰਿਲੀਜ਼ ਕਰਦੇ ਨੇ, ਜਿਹੜੀ 15 ਤਰੀਕ ਦੀ ਲਿਖੀ ਹੈ, ਮੀਟਿੰਗ ਹੋਈ ਹੈ। ਇਹ ਕੀ ਆ? ਇਹ ਆਪਸ ਦੇ ਵਿੱਚ ਬਹੁਤ ਕੁਝ ਅਜਿਹਾ ਜਿਹੜਾ ਆਪਸ ਦੇ ਵਿੱਚ ਜੁੜਦਾ ਮਹਿਸੂਸ ਹੁੰਦਾ, ਔਰ ਆਉਂਦਿਆਂ ਕੁਝ ਦਿਨਾਂ 'ਚ ਪੰਜਾਬ ਦੇ ਵਿੱਚ ਕਾਂਗਰਸ ਪੱਧਰ ਤੇ ਕੁਝ ਵੱਡੇ ਪੱਧਰ ਤੇ ਕੁਝ ਤਬਦੀਲੀ ਜਾਂ ਕੁਝ ਸਿਆਸੀ ਘਟਨਾਕ੍ਰਮ ਜਿਹੜੇ ਨੇ ਉਹ ਵਾਪਰ ਸਕਦੇ ਆ ਆਉਂਦੇ ਕੁਝ ਦਿਨਾਂ 'ਚ। ਇਹ ਦੋ ਚਿੱਠੀਆਂ ਦਾ ਮੰਨ ਤੋਂ ਇਹ ਲੱਗਦਾ, ਕਿਉਂਕਿ ਇੱਕੋ ਦਿਨ ਦੋ ਚਿੱਠੀਆਂ ਆਉਣੀ, ਇੱਕੋ ਦਿਨ ਟਵੀਟ ਆ ਰਿਹਾ ਸਵੇਰੇ, ਔਰ ਉਸੇ ਅੱਧੇ ਘੰਟੇ ਬਾਅਦ ਨਵਜੋਤ ਸਿੱਧੂ ਦੀ ਚਿੱਠੀ ਜਿਹੜੀ ਫਲੈਸ਼ ਹੋ ਰਹੀ ਹੈ। ਕਹਿਣ ਦਾ ਅਰਥ ਇਹ ਹੈ ਕਿ ਬਹੁਤ ਕੁਝ ਇਹੋ ਜਿਹਾ ਜਿਹੜਾ ਹੁਣ ਪਰਦੇ ਦੇ ਪਿੱਛੇ ਵਾਪਰਦਾ ਪਿਆ ਤੇ ਆਏਗਾ, ਇੱਕ ਅੱਧੇ ਦਿਨ ਸਭ ਹੈਗਾ ਘਟਨਾਕ੍ਰਮ ਵਾਪਰੇਗਾ ਕਿ ਕੀ ਹੋ ਸਕਦਾ ਜਾਂ ਕੀ ਹੋਣਾ। ਤਾਂ ਮੁਹੰਮਦ ਮੁਸਤਫੇ ਦੀ ਜਿਹੜੀ ਇਸ ਟਵੀਟ ਨੂੰ ਲੈ ਕੇ ਮੈਂ ਤੁਹਾਡੇ ਪ੍ਰਸ਼ਨ ਪੁੱਛਣਾ ਚਾਹਾਂਗਾ ਜੀ, ਵੀ ਜਿਵੇਂ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਹੀ ਦੱਸਿਆ ਵੀ ਇਹ ਮਾਰਚ ਦੀ ਘਟਨਾ ਸੀ, ਮਈ ਦੀ ਘਟਨਾ ਸੀ, ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਕੀ ਕਾਰਨ ਸੀ ਵੀ ਅੱਜ ਉਹ ਸਾਰੇ ਨਸ਼ਰ ਕੀਤੀਆਂ ਗਈਆਂ ਨੇ ਗੱਲਾਂ ਵੀ ਮੈਨੂੰ ਧਮਕੀਆਂ ਮਿਲ ਰਹੀਆਂ ਨੇ? ਉਸ ਟਾਈਮ ਇਹ ਗੱਲਾਂ ਕਿਉਂ ਨਹੀਂ ਸਾਹਮਣੇ ਆਈਆਂ ਗਈਆਂ? ਉਸ ਟਾਈਮ ਕਿਉਂ ਨਹੀਂ ਬੋਲੇ? ਕਿਉਂਕਿ ਬੇਵਾਕੀ ਬੋਲਦੇ ਨੇ, ਉਹ ਕਹਿ ਵੀ ਰਹੇ ਨੇ ਮੈਂ ਕਿਸੇ ਤੋਂ ਡਰਦਾ ਨਹੀਂ, ਮੈਂ ਬਹੁਤ ਦਲੇਰ ਹਾਂ, ਉਹ ਲਿਖ ਵੀ ਰਹੇ ਨੇਗੇ। ਕੀ ਕਾਰਨ ਸੀ, ਕੀ ਪ੍ਰੈਸ਼ਰ ਸੀ, ਕੀ ਦਬਾਅ ਸੀਗਾ ਮੁਹੰਮਦ ਮੁਸਤਫਾ ਦੇ ਉੱਪਰ ਕਿ ਉਸ ਟਾਈਮ ਉਹਨਾਂ ਨੇ ਗੱਲਾਂ ਨਹੀਂ ਬੋਲੀਆਂ, ਅੱਜ ਹੀ ਕਿਉਂ ਬੋਲੀਆਂ ਨੇ?
ਕਿਵੇਂ ਦੇਖ ਰਹੇ ਹੋ? ਇੱਕ ਨਾ ਮਨੋਵਿਗਿਆਨ ਦੀ ਟਰਮ ਆ ਜੀ ਕਿ ਜੋ ਅਸੀਂ ਨਹੀਂ ਹੁੰਦੇ ਅਸੀਂ ਉਹ ਸਾਬਤ ਕਰਦੇ ਹੁੰਦੇ। ਜਦੋਂ ਅਸੀਂ ਕਹਿੰਦੇ ਨਾ ਮੈਂ ਨਹੀਂ ਡਰਦਾ ਕਿਸੇ ਤੋਂ, ਜੀ ਅਸੀਂ ਉਦੋਂ ਡਰ ਰਹੇ ਹੁੰਦੇ ਆ। ਮੈਂ ਕਿਸੇ ਨੂੰ ਡਰਾਉਂਦਾ ਨਹੀਂ, ਮੈਂ ਨਹੀਂ ਕਿਸੇ ਨੂੰ ਡਰਾਉਂਦਾ, ਪਰ ਅਸੀਂ ਉਸ ਵੇਲੇ ਗੱਲ ਕਹਿ ਕੇ ਕਿਸੇ ਨੂੰ ਡਰਾ ਰਹੇ ਹੁੰਦੇ। ਇਹ ਮਾਨਵੀ ਮਨੁੱਖੀ ਮਨ ਦੀ ਇੱਕ ਕੈਟਾਗਰੀ ਇਸ ਤਰੀਕੇ ਨਾਲ ਚੱਕਰ ਚੱਲਦਾ। ਉਸ ਵੇਲੇ ਮੁਹੰਮਦ ਮੁਸਤਫਾ ਕਿਉਂ ਨਹੀਂ ਬੋਲੇ, ਇਹ ਤਾਂ ਸਾਰਿਆਂ ਨੂੰ ਪਤਾ ਕਿ ਉਸ ਵੇਲੇ ਉਹ ਧਾਕੜ ਮੁੱਖ ਮੰਤਰੀ ਮੌਜੂਦ ਸੀ ਜਿਹਦੇ ਅੱਗੇ ਪਤਾ ਵੀ ਨਹੀਂ ਹਿਲਦੇ ਪੰਜਾਬ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਧਾਕ ਬਤੌਰ ਮੁੱਖ ਮੰਤਰੀ ਰਹੀ ਹੈ, ਸਾਰੇ ਬੰਦੇ ਤੇ ਸਭ ਦੁਨੀਆ ਜਾਣਦੀ ਕਿ ਕੀ ਸਥਿਤੀ ਜਾਂ ਕੀ ਸਥਿਤੀ ਨਹੀਂ। ਤੇ ਹਾਲਾਂਕਿ ਦੂਜੇ ਪਾਸੇ ਰਜੀਆ ਸੁਲਤਾਨਾ ਉਹਦੇ ਹੀ ਕੈਪਟਨ ਅਮਰਿੰਦਰ ਦੀ ਵਜ਼ਾਰਤ ਦੇ ਵਿੱਚ ਉਹ ਮੰਤਰੀ ਰਹੇ ਨੇ। ਤਾਂ ਉਸ ਵਕਤ ਇੱਕ ਡਰ ਤਾਂ ਹੁੰਦਾ ਹੀ ਹੈ। ਜਿਸ ਤਰੀਕੇ ਨਾਲ ਇੱਕ ਸਾਬਕਾ IPS ਅਧਿਕਾਰੀ ਸੀ, ਉਸ ਵੇਲੇ ਕੋਈ ਵੀ ਉਹਦੇ ਸਿਰ ਤੇ ਨਹੀਂ ਸੀ, ਤੇ ਨਵਜੋਤ ਸਿੱਧੂ ਵੀ ਉਸ ਵੇਲੇ ਉਸ ਫਾਰਮ ਦੇ ਵਿੱਚ ਨਹੀਂ ਸੀ ਕਿ ਕਿਸੇ ਵੀ ਤਰੀਕੇ ਨਾਲ ਕੈਪਟਨ ਸਾਹਿਬ ਦਾ ਮੁਕਾਬਲਾ ਕਰ ਸਕਦੇ। ਜਦੋਂ ਕੈਪਟਨ ਸਾਹਿਬ ਕੁਰਸੀ ਤੋਂ ਨਵਜੋਤ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਮੁਹੰਮਦ ਮੁਸਤਫਾ ਨੂੰ ਆਪਣੇ ਨਾਲ ਲੈਂਦੇ ਨੇ, ਤਾਂ ਉਸ ਤੋਂ ਬਾਅਦ ਕੁਦਰਤੀ ਤੌਰ 'ਤੇ ਫਿਰ ਮੁਹੰਮਦ ਮੁਸਤਫਾ ਦੀ ਜਿਹੜੀ ਬੋਲੀ ਆ ਉਹ ਬਦਲਣੀ ਸ਼ੁਰੂ ਹੁੰਦੀ ਹੈ ਔਰ ਬਦਲਦੀ ਗਈ। ਤੇ ਜਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਹੁਣੀ ਕੁਰਸੀ ਤੋਂ ਲੱਥ ਗਈ ਤਾਂ ਫਿਰ ਤਾਂ ਕੁਦਰਤੀ ਤੌਰ 'ਤੇ ਦੁਸ਼ਮਣ ਫੇਰ ਹੀ ਸਾਹਮਣੇ ਆਉਂਦੇ ਨੇ, ਫੇਰ ਹੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ। ਪਰ ਇਸ ਟਵੀਟ ਦੇ ਵਿੱਚ ਉਹਨੇ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਜ਼ਿਕਰ ਕੀਤਾ ਔਰ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਮੇਰੀ ਵਾਈਫ ਨੇ ਕਿਹਾ ਸੀ ਕਿ ਆਪਾਂ ਕੋਈ ਉਹਦੇ ਨਾਲ ਬੜੇ ਵਧੀਆ ਲੱਗੀ ਨੇ, ਆਪਾਂ ਕੋਈ ਉਹਨਾਂ ਨਾਲ ਆਪਣੇ ਸੰਬੰਧ ਜਿਹੜੇ ਖਰਾਬ ਨਹੀਂ ਕਰਨੇ। ਕਹਿਣ ਦਾ ਅਰਥ ਹੈ ਕਿ ਉਹਨੇ ਆਪਣੇ ਟਵੀਟ 'ਚ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਬਚਾਅ ਕੀਤਾ ਔਰ ਜਿਹੜੇ ਆਪਣੇ ਕੈਪਟਨ ਸਾਹਿਬ ਦੇ ਕੁਝ ਮਿੱਤਰ ਨੇ ਪਾਕਿਸਤਾਨੀ, ਉਹਨਾਂ ਦੇ ਸੰਬੰਧੀ ਵੀ ਉਹਨੇ ਬੜਾ ਕੁਝ ਪਿਛਲੇ ਦਿਨਾਂ 'ਚ ਕਿਹਾ ਸੀ। ਕਹਿਣ ਦਾ ਅਰਥ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਉਹ ਸਿਚੁਏਸ਼ਨ ਨਹੀਂ ਆ ਜਿਹੜੀ ਬਤੌਰ ਮੁੱਖ ਮੰਤਰੀ ਕਦੇ ਹੁੰਦੀ ਸੀ। ਤਾਂ ਇਹੋ ਹੀ ਵੇਲਾ ਹੈ ਕਿ ਜਦੋਂ ਉਹਨਾਂ ਨੇ ਬੋਲਣਾ ਸੀ ਤਾਂ ਇਸ ਵੇਲੇ ਦਾ ਮੁਹੰਮਦ ਮੁਸਤਫਾ ਠੀਕ ਤਰੀਕੇ ਨਾਲ ਵਰਤੋਂ ਜਿਹੜੀ ਇਸ ਵਰਤੋਂ ਉਹ ਕਰਦਾ ਪਿਆ ਵਕਤ ਦੀ। ਔਰ ਦੂਜੇ ਪਾਸੇ ਇੱਕ ਕਿਸਮ ਦਾ ਇਹ ਸੰਦੇਸ਼ ਜਿਹੜਾ ਮੁਹੰਮਦ ਮੁਸਤਫੇ ਦਾ, ਜਾਂ ਜਿਸ ਤਰੀਕੇ ਨਾਲ ਮੁਹੰਮਦ ਮੁਸਤਫਾ ਆਪਣੀ ਵਫਾਦਾਰੀ ਨਵਜੋਤ ਸਿੰਘ ਸਿੱਧੂ ਦੇ ਸੰਬੰਧ ਦੇ ਵਿੱਚ ਨਿਭਾ ਰਹੇ ਆ, ਇਹ ਇੱਕ ਸੰਦੇਸ਼, ਧਿਆਨ ਨਾਲ ਮੇਰੀ ਗੱਲ ਸੁਣਿਓ, ਇਹ ਇੱਕ ਸੰਦੇਸ਼ ਜਿਹੜਾ ਨਾ ਉਹ ਚਰਨਜੀਤ ਸਿੰਘ ਚੰਨੀ ਸਰਕਾਰ ਨੂੰ ਵੀ ਦੇ ਰਹੇ ਨੇ। ਉਹ ਚੰਨੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਨਾ, ਉਹਨੂੰ ਵੀ ਮੁਹੰਮਦ ਮੁਸਤਫਾ ਇੱਕ ਸੰਦੇਸ਼ ਦੇ ਰਿਹਾ ਕਿ ਮੈਂ ਇਹਦਾ ਸਿਪਾ ਸਲਾਰ ਹੈਗਾ। ਕਿਉਂਕਿ ਬੇਸਿਕਲੀ ਮੁਹੰਮਦ ਮੁਸਤਫਾ ਹੈ ਤੇ ਪੁਲਿਸ ਦੇ ਅਧਿਕਾਰੀ ਨਾ, ਤੇ ਬੜਿਆਂ ਦੇ ਪੁਲਿਸ ਅਧਿਕਾਰੀ ਜਦੋਂ ਹੁੰਦੇ ਨੇ ਸਾਰੇ ਦੇ ਰਾਜ ਉਹਨਾਂ ਰੱਖੇ ਹੁੰਦੇ ਆ। ਤਾਂ ਚਰਨਜੀਤ ਸਿੰਘ ਚੰਨੀ ਨੇ ਵੀ ਉਹ ਸੰਦੇਸ਼ ਜਿਹੜਾ ਇੱਕ ਕਿਸਮ ਦਾ ਦੇ ਰਹੇ, ਇੰਟਰੈਕਟਲੀ ਜਿਹੜਾ ਵਾਰ ਤਾਂ ਉੱਧਰ ਕਰਦੇ ਪਏ ਨੇ ਜਿਹੜੀਆਂ ਗੱਲਾਂ ਕਰਦੇ, ਤੇ ਇੱਕ ਸੰਦੇਸ਼ ਜਿਹੜਾ ਮੁਹੰਮਦ ਮੁਸਤਫੇ ਵੱਲੋਂ ਚੰਨੀ ਨੂੰ ਵੀ ਦਿੱਤਾ ਜਾ ਰਿਹਾ ਕਿ ਭਵਿੱਖ ਦੇ ਵਿੱਚ ਜਿਸ ਤਰੀਕੇ ਨਾਲ ਉਦੋਂ ਤਾਂ ਉਹਨਾਂ ਨੇ ਕਲੀਅਰ ਕੱਟ ਕੇ ਕਹਿਤਾ ਸੀ ਕਿ ਅਗਲਾ ਮੁੱਖ ਮੰਤਰੀ ਜਿਹੜਾ ਉਹ ਹੋਵੇਗਾ ਜਿਹੜਾ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਹੋਵੇਗਾ, ਨਵਜੋਤ ਸਿੱਧੂ ਦੇ ਸੰਪਰਕ 'ਚ। ਸੋ ਮੁਹੰਮਦ ਮੁਸਤਫੇ ਦੀਆਂ ਜਿਹੜੀਆਂ ਗਤੀਵਿਧੀਆਂ ਨੇ, ਜਿਹੜੇ ਬਿਆਨ ਨੇ, ਜਿਹੜੇ ਟਵੀਟ ਨੇ, ਉਹ ਬੜਾ ਕੁਝ ਇਹੋ ਜਿਹਾ ਸਾਹਮਣੇ ਪੇਸ਼ ਕਰਦੇ ਨੇ, ਬੜਾ ਕੁਝ ਇਹੋ ਜਿਹਾ ਦਰਸਾਉਂਦੇ ਨੇ ਕਿ ਨਿਸ਼ਾਨਾ ਕਿਤੇ ਹੋਰ ਆ, ਟਾਰਗੇਟ ਕਿਤੇ ਹੋਰ ਆ, ਤੇ ਟਾਰਗੇਟ ਕਿਤੇ ਹੋਰ। ਜੀ ਜੀ ਸੋ ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਵਿਸਥਾਰ ਦੇ ਨਾਲ ਅੱਜ ਦੇ ਕਰੰਟ ਮੁੱਦਿਆਂ ਦੀ ਗੱਲ ਕੀਤੀ ਹੈ। ਕਿਉਂਕਿ ਭੁਚਾਲ ਜਾ ਆ ਚੁੱਕਿਆ, ਦੋ ਚਿੱਠੀਆਂ ਨੇ ਪੰਜਾਬ ਦੀ ਸਿਆਸਤ ਨੂੰ ਫਿਰ ਤੋਂ ਗਰਮਾ ਦਿੱਤਾ ਹੈ। ਗੱਲ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਦੀ, ਜੋ ਮੈਡਮ ਸੋਨੀਆ ਗਾਂਧੀ ਨੂੰ ਲਿਖੀ ਗਈ, ਤੇ ਦੂਸਰਾ ਇੱਕ ਟਵੀਟ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਵੱਲੋਂ ਇੱਕ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਨਜ਼ਦੀਕੀਆਂ ਨੂੰ ਟਾਰਗੇਟ ਕੀਤਾ ਹੈ। ਸਾਨੂੰ ਉਮੀਦ ਹੈ ਪ੍ਰੋਫੈਸਰ ਮਨਜੀਤ ਸਿੰਘ ਦੁਆਰਾ ਕੀਤੀ ਗਈ ਤੁਸੀਂ ਚਰਚਾ ਦੇ ਨਾਲ ਸਹਿਮਤ ਹੋਵੋਗੇ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਕੀਮਤੀ ਨੇ। ਅਗਲੇ ਪ੍ਰੋਗਰਾਮ ਦੇ ਫਿਰ ਤੋਂ ਇੱਕ ਵਾਰ ਕਿਸੇ ਵੱਡੇ ਮੁੱਦੇ ਨੂੰ ਲੈ ਕੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਦੇ ਨਾਲ ਕਰਾਂਗੇ ਚਰਚਾ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।